वाहिगुरू जी की फतेह। अज जिहड़ा समागम इत्थे गुरुद्वारा दमदमा साहिब बहादुरगढ़ विखे होया, भाई साहब भाई करम सिंह जी की देख रेख विच सतगुरां ने कृपा की। जो लोड़वंद पाठी सिंह सी उन्हां नूं राशन वंडिया गया बड़ी चढ़दी कला दे नाल। बहुत सारे ने हाज़रियां भरियां हैं। भाई साहब भाई भगवंत सिंह जी ढींडसा ने, बाबा दर्शन सिंह जी टौड़ा साहब अते होर बेअंत रागी सिंह भाई कल्याण सिंह जी उन्होंने भी हाज़री भरी है। सो बेनती यह है कि जिन्हें भी पाठी सिंह ने सब नूं बेनती है कि वध तो वध जिस तरह गुरबाणी का पाठ कर रहे हैं पर सतगुर ते भरोसा रखण और जो मेहनत कर रहे हैं मेहनत नूं फल जिहड़ा परमेश्वर लाउंदा है। तो सारिਆਂ ने लॉकडाउन विच भावें सारिਆਂ दे कारोबार ठप्प होए हैं पर अज दे युग विच थोड़ा जिहा पाठी ਸਿੰਘਾਂ ਦਾ जिहड़ा मसला है उस दे पूरा सहयोग सानूं देना चाहिए। प्रबंधक कमेटियां नूं, नगर निवासियों नूं, सारिਆਂ ਨੂੰ पाठी ਸਿੰਘਾਂ ਦਾ पूरा सहयोग दिता जाए ताकि उन्होंने जो माली हालत है वो ठीक हो जाए। वाहिगुरू जी का खालसा वाहिगुरू। अज राशन वंडिया गया पाठी ਸਿੰਘਾਂ ਨੂੰ की कहना था? वाहिगुरू जी का खालसा वाहिगुरू जी की फतेह। जो पिछले बीते समय ਦੇ ਵਿੱਚ लॉकडाउन होने करके हर एक इंसान ਦੇ अंदर दर्द सी। ਇਹ हर एक ਨੂੰ राशन मिल रहा सी पर पाठी ਸਿੰਘਾਂ ਦੀ थोड़ी जी देख रेख ਦੇ ਵਿੱਚ पाठी ਸਿੰਘਾਂ ਨੂੰ कोई सहूलत नहीं सी किसी पासों। ਜਿਹੜੇ पाठी ਸਿੰਘ ਘਰਾਂ 'ਚ ਅਖੰਡ ਪਾਠ ਸਾਹਿਬ ਕਰਨ ਵਾਲੇ ਸੀ ਜਾਂ ਗੁਰਦੁਆਰੇ ਦੇ ਕਮੇਟੀਆਂ ਦੇ ਵਿੱਚੋਂ ਵੀ ਕਈਆਂ ਨੇ ਤਨਖਾਹਾਂ ਰੋਕੀਆਂ ਗਈਆਂ। ਉਹਨਾਂ ਕਰਕੇ ਪਾਠੀ ਸਿੰਘਾਂ ਦੀ ਹਾਲਤ ਬੜੀ ਗੰਭੀਰ ਹੁੰਦੀ ਜਾ ਰਹੀ ਸੀ। ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਵੱਲੋਂ ਹਰ ਥਾਂ ਜਿੱਥੇ ਜਿੱਥੇ ਲਿਸਟ ਬਣ ਰਹੀ ਹੈ, ਜਿੱਥੇ ਜਿੱਥੇ ਇਕਾਈ ਬਣੀ ਹੋਈ ਹੈ ਉੱਥੇ ਸਾਰੇ ਸਿੰਘਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ। ਸਾਡੇ ਬਹੁਤ ਹੀ ਸਤਿਕਾਰਯੋਗ SP ਓਵਰਾਏ ਸਾਹਿਬ ਜਿਨ੍ਹਾਂ ਵੱਲੋਂ ਇਹ ਸਾਰਾ ਸਮਾਗਮ ਉਲੀਕਿਆ ਗਿਆ ਰਾਸ਼ਨਾਂ ਦਾ। ਸੋ ਅੱਜ ਅਸੀਂ ਗੁਰਦੁਆਰਾ ਦਮਦਮਾ ਸਾਹਿਬ ਮਹਿਮਦਪੁਰ ਜੱਟਾਂ ਵਿਖੇ ਸਾਡੇ ਮੁੱਖ ਸਲਾਹਕਾਰ ਬਾਬਾ ਕਰਮ ਸਿੰਘ ਜੀ ਜਿਹੜੇ ਇੱਥੇ ਸਥਾਨ ਦੀ ਸੇਵਾ ਨਿਭਾ ਰਹੇ ਨੇ, ਉੱਥੇ ਸਾਡੇ ਉਚੇਚੇ ਤੌਰ ਤੇ ਮੇਰੇ ਉਸਤਾਦ ਜੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਤੇ ਸਾਡੇ ਸਕੱਤਰ ਸਾਹਿਬ ਸੰਤ ਬਾਬਾ ਦਰਸ਼ਨ ਸਿੰਘ ਜੀ ਟੌੜਾ ਜਿਨ੍ਹਾਂ ਵੱਲੋਂ ਇਹ ਕਿੱਟਾਂ ਦੀ ਸਾਰੀ ਸੇਵਾ ਕੀਤੀ ਗਈ ਹੈ ਰਲ ਮਿਲ ਕੇ ਨਾਲ। ਪਰ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਜਾਪ ਚੱਲ ਰਹੇ ਸੀ। ਸੋ 55 ਸਿੰਘਾਂ ਨੂੰ ਅੱਜ ਲੋੜਵੰਦਾਂ ਨੂੰ ਅੱਜ ਇੱਥੋਂ ਰਾਸ਼ਨ ਉਹ ਮੁਹੱਈਆ ਕਰਾਇਆ ਗਿਆ। ਇਹ ਸਾਡਾ ਸਾਰਾ ਜਿਹੜੇ ਪਿਆਰ ਵਾਲੇ ਜਿਨ੍ਹਾਂ ਨੂੰ ਪ੍ਰਧਾਨਗੀਆਂ ਵੀ ਦਿੱਤੀਆਂ ਹੋਈਆਂ ਅਹੁਦੇਦਾਰ ਵਿੱਚ ਦਿੱਤੇ ਹੋਏ ਆ। ਸੋ SP ਓਵਰਾਏ ਸਾਹਿਬ ਨੇ ਡਿਊਟੀਆਂ ਲਾਈਆਂ ਹੋਈਆਂ ਸਾਰੀਆਂ। ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਮੇਰੇ ਪਿਆਰ ਵਾਲੇ ਉਚੇਚੇ ਤੌਰ ਤੇ ਮਹਾਂਪੁਰਸ਼ ਪਹੁੰਚੇ ਨੇ। ਸੋ ਭਾਈ ਕਰਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਠੀ ਸਿੰਘਾਂ ਦੀਆਂ ਲਿਸਟਾਂ ਬਣਾਈਆਂ, ਦਰਦ ਸੁਣਿਆ। ਸੋ ਉਹਨਾਂ ਵੱਲੋਂ ਇਹ ਸਾਰਾ ਅੱਜ ਰਾਸ਼ਨ ਮੁਹੱਈਆ ਕਰਾਇਆ ਗਿਆ। ਜਿਹੜਾ ਰਾਸ਼ਨ ਵੰਡਿਆ ਗਿਆ ਇਹ ਰਾਸ਼ਨ ਪਹਿਲੀ ਵਾਰ ਉਹਨੇ ਵੰਡਿਆ ਜਾਂ ਹੋਰ ਥਾਵਾਂ 'ਤੇ ਵੀ ਤੁਸੀਂ ਡੇਰਿਆਂ 'ਚ ਜਾਂ ਗੁਰਦੁਆਰਿਆਂ 'ਚ ਵੰਡ ਕੇ ਆਏ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अंदर भी नौस की ਸੀਗੀ ਇਹ ਵੀ ਸਾਨੂੰ ਜਦੋਂ ਅਹੁਦਾ ਮਿਲਿਆ 1 ਸਾਉਣ ਨੂੰ 16 ਤਰੀਕ ਨੂੰ ਪਿੰਡ ਰੀਠ ਖੇੜੀ ਵਿਖੇ 77 ਦਾ ਸੱਚੇ ਪਾਤਸ਼ਾਹ ਮਹਾਰਾਜ ਸੇਵਾ ਦਿੱਤੀ ਆ ਸਾਨੂੰ ਇਹ। ਤੇ ਅਸੀਂ ਨੌਸ ਕੀਤੀ ਸੀਗੀ ਜਿਹੜਾ ਗਰੁੱਪ ਆ ਆਪਣੇ ਗ੍ਰੰਥੀ ਸਿੰਘਾਂ ਦਾ ਵੀ ਭਾਈ ਆਧਾਰ ਕਾਰਡ ਦੀ ਕਾਪੀ ਲੈ ਕੇ ਆਓ। ਤੇ 125 ਸਿੰਘਾਂ ਨੂੰ ਫਿਰ 5 ਤਰੀਕ ਨੂੰ ਅਸੀਂ ਰਾਸ਼ਨ ਵੰਡਿਆ ਸੀ 8ਵੇਂ ਮਹੀਨੇ ਦੇ ਵਿੱਚ 25 ਸਿੰਘਾਂ ਨੂੰ। ਤੇ ਪਰਸੋਂ ਅਸੀਂ ਦਰਗਾਹ ਪਰ ਵੰਡ ਕੇ 110 ਸਿੰਘਾਂ ਨੂੰ। ਜਿਹੜਾ ਪਹਿਲਾਂ ਵੰਡਿਆ ਸੀ ਉਹ ਕਿਹੜੇ ਪਿੰਡ ਵੰਡਿਆ? ਰੀਠ ਖੇੜੀ ਪਿੰਡ ਜੀ। ਤੇ ਪਰਸੋਂ ਦਰਗਾਹ ਪਰ, ਕੱਲ੍ਹ ਖੰਨੇ ਕੋਲ ਮੋਹਣ ਪਿੰਡ ਆ ਜੀ 55 ਸਿੰਘ ਨੂੰ ਉੱਥੇ ਵੰਡਿਆ ਕੱਲ੍ਹ। ਤੇ ਅੱਜ ਚੌਥੇ ਤੋਂ ਅੱਜ ਵੰਡ ਰਹੇ ਆ ਜੀ ਇਹ ਆਪਣੇ SP ਓਵਰਾਏ ਸਾਹਿਬ ਤੇ ਸਰਦਾਰ ਜੱਸਾ ਸਿੰਘ ਸੰਧੂ ਜਿਹਨੇ ਸਾਡੀ ਡਿਊਟੀ ਲਾਈ ਹੈ ਇੰਟਰਨੈਸ਼ਨਲ ਢਾਡੀ ਮੰਚ ਨੇ ਵੀ ਤੁਸੀਂ ਇਹ ਜ਼ਰੂਰ ਪਿੰਡਾਂ ਵਿੱਚ ਪ੍ਰਚਾਰ ਕਰੋ ਜਾ ਕੇ। ਸਾਡਾ ਜਿਹੜਾ ਪ੍ਰਚਾਰ ਆ ਅਸੀਂ ਸਿਰਫ ਬੱਚੇ ਪੜ੍ਹਾ ਰਹੇ ਹਾਂ, ਗੁਰਬਾਣੀ ਸੰਥਿਆ ਦੇ ਰਹੇ ਹਾਂ ਥਾਂ ਥਾਂ। ਸਾਡੇ ਇੱਥੇ ਆਏ ਵੇ ਨੇ ਮੰਨਣ ਸਾਹਿਬ ਜਿਹੜੇ ਉਹ ਕਹਿੰਦੇ 20 ਬੱਚੇ ਸਾਡੇ ਕੋਲ ਨੇ ਸੀਲ ਪਿੰਡ ਵੀ ਉੱਥੇ ਤੁਸੀਂ ਸੰਥਿਆ ਦੇ ਦਿਓ। ਠੀਕ ਹੈ ਜੀ, ਅਸੀਂ ਉਹ ਵੀ ਉਪਰਾਲਾ ਕਰ ਰਹੇ ਹਾਂ। ਸਾਡੀ ਇਹੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਮਾਤਾ ਨੂੰ ਵੀ ਗੁਰਬਾਣੀ ਨਾਲ ਜੁੜ ਕੇ ਰਹੋ ਕਿਉਂਕਿ ਆਪਣਾ ਤਾਂ ਹੁਣ 10ਵੇਂ ਪਾਤਸ਼ਾਹ ਕੋਲ ਕਿਹੜੇ ਨਹੀਂ ਆਈਆਂ, ਉਹ ਕਿਹੜਾ ਕਿਸੇ ਦਾ ਬੈਰੀ ਸੀ। ਤੇ ਉਹ ਸਿਰਫ ਅਹੁਦੇ ਕਰਕੇ ਮੇਰੀ ਸਾਥ ਵੀ ਉਹ ਕਲਗੀ ਲਾਉਂਦੇ ਨੇ ਜਾਂ ਘੋੜੇ ਚੜ੍ਹਦੇ ਨੇ ਜਾਂ ਨਗਾਰਾ ਵਜਾਉਂਦੇ ਨੇ। ਈਰਖਾ ਬਸ ਸਾਰੀ ਇਹ ਈਰਖਾ ਦੇ ਵਿੱਚ ਇਹ ਹੁਣ ਵੀ ਸਿੱਖਾਂ ਨਾਲ ਹੀ ਆਪਣੇ ਇਹ ਗੱਲਾਂ ਹੋ ਰਹੀਆਂ ਨੇ ਵੀ ਇਹਦੀ ਕਿਤੇ ਚੜ੍ਹਾਈ ਨਾ ਹੋ ਜਾਏ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਪਹਿਲਾਂ ਜਿਹੜਾ ਹੁੰਦਾ ਸੀ ਨਾ ਦਰਖਤ ਉਹ ਵੱਢ ਦਿੰਦੇ ਟਾਹਣੀਆਂ ਫਿਰ ਦੁਬਾਰੇ ਹਰਾ ਹੋ ਹੁਣ ਜੜ ਨੂੰ ਹੱਥ ਪਾ ਲਿਆ ਇਹਨਾਂ ਨੇ। ਜੜ ਨੂੰ ਹੱਥ ਪਾਇਆ ਹੈ। ਮੈਂ ਸਾਰੇ ਸਿੰਘਾਂ ਨੂੰ ਬੇਨਤੀ ਹੈ ਵੀ
ਜੜ ਨੂੰ ਹੱਥ ਨਾ ਪਾਉਣ ਦਾ ਆਪਾਂ ਨੇ ਪੂਰੇ ਡਟ ਕੇ ਮੁਕਾਬਲਾ ਕਰਨਾ ਇਹਨਾਂ ਲੋਕਾਂ ਦਾ। ਔਰ ਇਹਨਾਂ ਦੁਸ਼ਟ ਲੋਕ ਨੇ ਜਿਹੜੇ ਸਰਕਾਰਾਂ ਬਣੀਆਂ ਮੇਰੀ ਸਾਥ ਸੁਣ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਸਿੰਘਾਂ ਨੂੰ, ਸਾਡੇ ਢਿੰਡ ਸਾਹਿਬ ਖੜੇ ਨੇ ਤੇ ਬਾਬਾ ਜੀ ਮਹਾਂਪੁਰਸ਼ ਖੜੇ ਨੇ, ਬਾਬਾ ਪ੍ਰੀਤਮ ਸਿੰਘ ਜੀ, ਇਹ ਸਾਰੇ ਸਾਥ ਦੇ ਰਹੇ ਨੇ। ਵੀ ਕਿਉਂ ਸਾਥ ਦੇ ਰਹੇ? ਕਿਸਾਨਾਂ ਵੀਰਾਂ ਦਾ ਸਾਥ ਦੇ ਰਹੇ ਨੇ। ਇਸੇ ਕਰਕੇ ਵੀ ਅਸੀਂ ਇੱਕ ਮੁੱਠ ਹੋ ਕੇ ਅਸੀਂ ਆਪਣਾ ਇਹ ਫੈਸਲਾ ਕਰੀਏ ਵੀ ਜਿਹੜੀ ਸਰਕਾਰਾਂ ਨੇ ਦੇਖ ਕੇ ਬਣਾਓ, ਜਿਹੜੇ ਸਾਰੇ ਲੋਕਾਂ ਦੀ ਲੋੜਵੰਦ ਪੂਰੀ ਸੇਵਾ ਕਰਨ। ਇਹ ਮੇਰੀ ਬੇਨਤੀ ਹੈ ਆਪ ਜੀ ਨੂੰ, ਆਪ ਦੇ ਰਾਹੀਂ ਅਸੀਂ ਇਹ ਕਹਿ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹਨਾਂ ਨੂੰ ਪੁੱਛਾਂਗੇ ਇਹਨਾਂ ਦਾ ਅੱਜ ਦਾ ਕੀ ਕਹਿਣਾ ਚਾਹੁੰਦੇ ਹਨ। ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਇੱਥੇ, ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਭਗਵੰਤ ਸਿੰਘ ਜੀ ਢੀਂਡਸਾ ਵਾਲੇ, ਬਾਬਾ ਦਰਸ਼ਨ ਸਿੰਘ ਜੀ ਠੌੜਾ ਸਾਹਿਬ ਪਿੰਡ ਰੀਠਖੜੀ ਤੋਂ, ਬਾਬਾ ਕਲਿਆਣ ਸਿੰਘ ਜੀ ਰਜਿੰਦਰ ਨਗਰ ਬੈਂ ਪਟਿਆਲੇ ਵਾਲੇ, ਜੋ ਹੋਰ ਵੀ ਸੰਗਤਾਂ ਦੇ ਕੋਲ ਜਾਂਦੇ ਹਨ ਅਤੇ ਉਹਨਾਂ ਦੇ ਨਾਲ ਜਥੇ ਵੀ ਪਹੁੰਚੇ ਨੇ। ਜਿੰਨੇ ਵੀ ਇੱਥੇ ਪਹੁੰਚੇ ਨੇ, ਦਾਸ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਆਖਿਆ ਜਾਂਦਾ। ਜਿਨ੍ਹਾਂ ਨੇ ਸਿਰ ਮੱਥੇ ਇਸ ਫੋਨ ਨੂੰ ਸਰਵਣ ਕਰਕੇ ਇੱਥੇ ਪਹੁੰਚੇ ਨੇ, ਜਿੰਨੇ ਵੀ ਮਹਾਂਪੁਰਸ਼ ਪਹੁੰਚੇ ਨੇ, ਪਾਠੀ ਸਿੰਘ ਪਹੁੰਚੇ ਨੇ, ਬੀਬੀਆਂ ਪਹੁੰਚੇ, ਵਿਧਵਾ ਬੀਬੀਆਂ ਪਹੁੰਚੀਆਂ, ਤਕਰੀਬਨ 11-12 ਬੀਬੀਆਂ ਸੀ, ਉਹਨਾਂ ਨੂੰ ਵੀ ਰਾਸ਼ਨ ਦਿੱਤਾ ਗਿਆ। ਦਾਸ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਜੀ।